हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਅਗਲਾ ਭਾਗ ਲੈ ਕੇ ਆਏ ਮੌਕ ਟੈਸਟ ਦਾ ਪ੍ਰੈਕਟਿਸ ਪੇਪਰ। ਸੋ SST ਤੇ ਤੁਹਾਨੂੰ ਕੁਐਸਚਨ ਇਹਦੇ ਵਿੱਚ ਪ੍ਰੋਵਾਈਡ ਕਰਾਂਗੇ, ਜੀਓਗ੍ਰਾਫੀ, ਹਿਸਟਰੀ। ਸੋ ਤਿੰਨੋਂ ਇਹਦੇ ਵਿੱਚ ਆ ਜਾਣਗੇ, ਪੋਲਿਟੀ ਵੀ ਆ ਜਾਏਗੀ। ਸੋ ਤੁਸੀਂ ਆਪਣਾ ਅੰਦਾਜ਼ਾ ਲਗਾ ਸਕਦੇ ਹੋ ਕਿੰਨੇ ਕੁਐਸਚਨ ਤੁਹਾਡੇ ਜਿਹੜੇ ਰਾਈਟ ਜਾਂਦੇ ਹੈ, ਕਿੰਨੇ ਗਲਤ ਜਾਂਦੇ ਹੈ। ਸੋ ਇਹ ਇੱਕ ਭਾਗ ਪਹਿਲਾਂ ਪ੍ਰੋਵਾਈਡ ਕਰ ਦਿੱਤਾ ਜਿਹਦੇ ਵਿੱਚ ਸਾਈਕੋ ਸੀਗੀ। ਸੋ ਇਹ ਦੂਸਰਾ ਭਾਗ ਹੈ ਉਸੇ ਪੇਪਰ ਦਾ ਜਿਹਦੇ ਵਿੱਚ ਤੁਹਾਨੂੰ ਸੋਸ਼ਲ ਸਟੱਡੀ, ਕਿਉਂਕਿ ਇਹ 60 ਮਾਰਕਸ ਦੀ ਹੁੰਦੀ ਹੈ, ਸਭ ਤੋਂ ਜ਼ਿਆਦਾ ਨੰਬਰ ਹੈ ਜਿਹੜੇ ਇਹਦੇ ਵਿੱਚ ਹੀ ਹੁੰਦੇ ਨੇ। ਅਗਰ ਤੁਸੀਂ ਇਹਦੇ ਵਿੱਚੋਂ ਜ਼ਿਆਦਾ ਮਾਰਕਸ ਲਓਗੇ ਤਾਂ ਤੁਹਾਡਾ ਪੰਜਾਬ ਟੈਟ ਦਾ ਐਗਜ਼ਾਮ ਹੈ ਜਿਹੜਾ 100% ਕਲੀਅਰ ਹੀ ਹੋਏਗਾ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ SST ਦਾ 91 ਨੰਬਰ ਪ੍ਰਸ਼ਨ ਹੈ, ਬਿਲਕੁਲ ਇਸੇ ਤਰ੍ਹਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਹੋਏਗਾ। ਰਾਜਾ ਰਾਮ ਮੋਹਨ ਰਾਏ ਦੀ ਉਦਾਹਰਨ ਤੋਂ ਸਿੱਖਣ ਦੀ ਸਹਿ ਵਿਦਵਤਾ ਦੇ ਰੂਪ ਵਿੱਚ ਇਸ ਤਰ੍ਹਾਂ ਦੇ ਸਮਾਜਿਕ ਕੌਸ਼ਲ ਦਾ ਵਿਦਿਆਰਥੀਆਂ ਨੂੰ ਜਾਣੂ ਹੈ ਜਿਹੜਾ ਕਰਵਾਇਆ ਜਾ ਸਕਦਾ ਹੈ। ਸੋ 4 ਆਪਸ਼ਨਾਂ ਨੇ, ਇਹਦੇ ਵਿੱਚੋਂ ਕਿਹੜਾ ਤੁਹਾਡਾ ਜਿਹੜਾ ਰਾਈਟ ਆਨਸਰ ਬਣੇਗਾ ਤਾਂ ਉਹ ਬਣੇਗਾ ਜੀ ਆਪਸ਼ਨ ਨੰਬਰ 3। ਔਰਤਾਂ ਨਾਲ ਪੱਖਪਾਤ ਦੇ ਵਿਰੁੱਧ ਰਾਜਾ ਰਾਮ ਮੋਹਨ ਰਾਏ ਦੀ ਸਿੱਖਿਆ ਨੂੰ ਵਿਦਿਆਰਥੀਆਂ ਦੁਆਰਾ ਗ੍ਰਹਿਣ ਕੀਤਾ ਜਾਣਾ। ਸੋ ਇਹ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਬਣਦਾ ਹੈ। ਅਗਲਾ ਪ੍ਰਸ਼ਨ ਹੈ, ਗੁੱਗਾ ਮੇੜੀ ਮੇਲਾ ਕਿਹੜੇ ਜ਼ਿਲ੍ਹੇ ਦੇ ਵਿੱਚ ਮਨਾਇਆ ਜਾਂਦਾ ਹੈ? बीकानेर, गंगानगर, हनुमानगढ़ ਜਾਂ ਫਿਰ ਚੂਰੂ। ਤਾਂ ਇਹ ਮਨਾਇਆ ਜਾਂਦਾ ਹੈ ਜੀ ਚੂਰੂ ਦੇ ਵਿੱਚ। ਆਪਸ਼ਨ 4 ਡੀ ਆਪਸ਼ਨ ਰਾਈਟ ਆਨਸਰ ਬਣੇਗਾ। ਗੁੱਗਾ ਮੇੜੀ ਦਾ ਮੇਲਾ ਜਿਹੜਾ ਚੂਰੂ ਜ਼ਿਲ੍ਹੇ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਗਿੰਦਾਲੂ ਇੱਕ ਮਹਾਨ ਨਾਰੀ ਨੇਤਾ ਨੂੰ ਰਾਣੀ ਦਾ ਖਿਤਾਬ ਕਿਸ ਨੇ ਦਿੱਤਾ ਸੀ? ਤਾਂ ਇੱਕ ਮਹਾਨ ਜਿਹੜਾ ਨਾਰੀ ਨੇਤਾ ਹੋਏ ਨੇ ਗਿੰਦਾਲੂ, ਤਾਂ ਇਹਨਾਂ ਨੂੰ ਰਾਣੀ ਦਾ ਖਿਤਾਬ ਕਿਸ ਨੇ ਦਿੱਤਾ ਸੀ? ਰਵਿੰਦਰਨਾਥ ਟੈਗੋਰ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਜਾਂ ਫਿਰ ਸੁਭਾਸ਼ ਚੰਦਰ ਬੋਸ ਨੇ। ਤਾਂ ਇਹ ਦਿੱਤਾ ਸੀਗਾ ਜੀ ਮਹਾਤਮਾ ਗਾਂਧੀ ਨੇ। ਆਪਸ਼ਨ 2 ਰਾਈਟ ਆਨਸਰ ਬਣੇਗਾ। ਗੁਪਤ ਕਾਲ ਦੇ ਸਮੇਂ ਸ਼ੂਦਰ ਪੱਛਮ ਦਾ ਮਸ਼ਹੂਰ ਵਪਾਰਕ ਕੇਂਦਰ ਸੀ, ਕਿਹੜਾ ਸੀਗਾ? ਵਿਦਿਸ਼ਾ, ਪੁਰਸ਼ਪੁਰ, ਅਚਿਤਰਾ ਜਾਂ ਫਿਰ ਪੈਥਾਨ। ਤਾਂ ਇਹ ਸੀਗਾ ਜੀ ਪੈਥਾਨ। ਆਪਸ਼ਨ 4 ਜੋ ਵਪਾਰਕ ਕੇਂਦਰ ਸੀਗਾ ਗੁਪਤ ਕਾਲ ਦੇ ਸਮੇਂ ਸ਼ੂਦਰ ਪੱਛਮ ਦਾ। ਤਾਂ ਆਪਸ਼ਨ ਡੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਫਾਹੀਜਾਨ ਨੇ ਕਿਸ ਸਮਰਾਟ ਲਈ ਲਿਖਿਆ ਕਿ ਲੋਕ ਆਪਣੇ ਘਰਾਂ ਨੂੰ ਤਾਲੇ ਨਹੀਂ ਲਾਉਂਦੇ ਸਨ? ਰਾਮਗੁਪਤ, ਚੰਦਰਗੁਪਤ, ਚੰਦਰਗੁਪਤ ਵਿਕਰਮਾਦਿੱਤ ਜਾਂ ਫਿਰ ਸਮੁੰਦਰਗੁਪਤ। ਤਾਂ ਇਹ ਕਿਹਾ ਸੀਗਾ ਜੀ ਸਮੁੰਦਰਗੁਪਤ ਸਮਰਾਟ ਲਈ ਲਿਖਿਆ ਸੀ, ਕਿਹਾ ਸੀਗਾ। ਆਪਸ਼ਨ ਡੀ ਯਾਨੀ ਕਿ 4 ਕਿ ਲੋਕ ਆਪਣੇ ਘਰਾਂ ਨੂੰ ਤਾਲੇ ਨਹੀਂ ਲਾਉਂਦੇ ਸਨ। ਤਾਂ ਇਹ ਫਾਹੀਜਾਨ ਨੇ ਜਿਹੜਾ ਸਮੁੰਦਰਗੁਪਤ ਸਮਰਾਟ ਲਈ ਲਿਖਿਆ ਸੀ। ਆਪਸ਼ਨ ਡੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਅਲਬੇਰੂਨੀ ਕਿਸ ਰਾਜੇ ਦਾ ਵਜ਼ੀਰ ਸੀ? ਮੁਹੰਮਦ ਬਿਨ ਤੁਗਲਕ, ਅਲਾਉਦੀਨ ਖਿਲਜੀ, ਮੁਹੰਮਦ ਗੌਰੀ ਜਾਂ ਫਿਰ ਗਜਨੀ ਮੁਹੰਮਦ ਦਾ। ਅਲਬੇਰੂਨੀ ਸੀ ਜਿਹੜਾ ਉਹ ਗਜਨੀ ਮੁਹੰਮਦ ਰਾਜਾ ਸੀ ਜੋ ਉਸ ਦਾ ਵਜ਼ੀਰ ਸੀਗਾ। ਆਪਸ਼ਨ ਡੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਇੱਕ ਇਤਿਹਾਸਕ ਜਗ੍ਹਾ ਜਿੱਥੇ ਕਿਹੜੀ ਹੁੰਦੀ ਹੈ? ਇਹਨਾਂ ਦਾ ਪੁੱਛਣ ਦਾ ਮਤਲਬ ਇਹ ਹੈ ਖੁਦਾਈ ਕਿਰਿਆਕਲਾਪ ਹੁੰਦੇ ਨੇ, ਇਤਿਹਾਸਕ ਪ੍ਰੇਮੀ ਇਕੱਠੇ ਹੁੰਦੇ ਨੇ, ਇਤਿਹਾਸਕਾਰ ਇਤਿਹਾਸ ਲਿਖਦੇ ਨੇ ਜਾਂ ਇਤਿਹਾਸਕ ਦੇ ਸਮਾਰਕ ਨਿਸ਼ਾਨ ਜਿਹੜੇ ਪਾਏ ਜਾਂਦੇ ਨੇ। ਇੱਕ ਇਤਿਹਾਸਕ ਜਗ੍ਹਾ ਉਹ ਹੁੰਦੀ ਹੈ ਜਿੱਥੇ ਜਿਹੜਾ ਇਤਿਹਾਸਕ ਦੇ ਸਮਾਰਕ ਨਿਸ਼ਾਨ ਹੈ ਜਿਹੜੇ ਪਾਏ ਜਾਂਦੇ ਨੇ, ਜਿੱਥੇ ਸਾਨੂੰ ਇਤਿਹਾਸ ਨਾਲ ਸੰਬੰਧਿਤ ਕੋਈ ਚੀਜ਼ਾਂ ਮਿਲਦੀਆਂ ਨੇ, ਤਾਂ ਉਸ ਨੂੰ ਇਤਿਹਾਸ ਜਿਹੜਾ ਕਿਹਾ ਜਾਂਦਾ ਹੈ। ਆਪਸ਼ਨ ਡੀ 4 ਨੰਬਰ ਰਾਈਟ ਆਨਸਰ ਬਣੇਗਾ। ਆਦਿ ਮਨੁੱਖ ਨੇ ਸਭ ਤੋਂ ਪਹਿਲਾਂ ਕੀ ਸਿੱਖਿਆ ਸੀ? ਅੱਗ ਜਲਾਉਣਾ, ਪਸ਼ੂਆਂ ਨੂੰ ਪਾਲਣਾ, ਪਹੀਆ ਬਣਾਉਣਾ ਜਾਂ ਫਿਰ ਅਨਾਜ ਪੈਦਾ ਕਰਨਾ। ਤਾਂ ਆਦਿ ਮਨੁੱਖ ਨੇ ਜਿਹੜਾ ਸਭ ਤੋਂ ਪਹਿਲਾਂ ਅੱਗ ਜਲਾਉਣਾ ਸਿੱਖਿਆ ਸੀ। ਆਪਸ਼ਨ 1 ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਆਦਿ ਮਨੁੱਖ ਨੇ ਸਭ ਤੋਂ ਪਹਿਲਾਂ ਕਿਹੜਾ ਅਨਾਜ ਪੈਦਾ ਕੀਤਾ ਸੀ? ਕਣਕ ਅਤੇ ਜੌਂ, ਚਾਵਲ, ਬਾਜਰਾ ਜਾਂ ਫਿਰ ਮੱਕੀ। ਤਾਂ ਆਦਿ ਮਨੁੱਖ ਨੇ ਸਭ ਤੋਂ ਪਹਿਲਾਂ ਜਿਹੜਾ ਕਣਕ ਅਤੇ ਜੌਂ ਅਨਾਜ ਸੀ ਜਿਹੜੇ
ਉਹ ਪੈਦਾ ਕੀਤੇ ਸੀ। ਆਪਸ਼ਨ 1 ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਪੁਰਾਤਨ ਪੱਥਰ ਕਾਲ ਤੋਂ ਨਵੀਨ ਪੱਥਰ ਕਾਲ ਦੇ ਵਿੱਚ ਪਰਿਵਰਤਨ ਹੈ ਜਿਹੜਾ ਕਿਸ ਕਾਰਨ ਸੰਭਵ ਹੋਇਆ ਸੀ। ਪੁਰਾਤਨ ਪੱਥਰ ਕਾਲ ਤੋਂ ਪੁਰਾਣੇ ਤੋਂ ਨਵੇਂ ਪੱਥਰ ਕਾਲ ਦੇ ਵਿੱਚ ਜਿਹੜਾ ਪਰਿਵਰਤਨ ਹੋਇਆ ਇਹਦਾ ਕਾਰਨ ਕੀ ਸੀ, ਕਿਸ ਕਾਰਨ ਇਹ ਪਰਿਵਰਤਨ ਹੈ ਜਿਹੜਾ ਸੰਭਵ ਹੋਇਆ ਸੀ। ਤਾਂ ਇਹ ਹੋਇਆ ਸੀਗਾ ਜੀ ਅਨਾਜ ਦੇ ਉਗਾਉਣ ਨਾਲ। ਆਪਸ਼ਨ 2 ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਪੁਰਾਤਨ ਪੱਥਰ ਕਾਲ ਦੇ ਵਿੱਚ ਲੋਕਾਂ ਦਾ ਮੁੱਖ ਧੰਦਾ ਕੀ ਸੀ। ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਜਾਂ ਫਿਰ ਸ਼ਿਕਾਰ ਖੇਡਣਾ ਜਾਂ ਭੋਜਨ ਇਕੱਠਾ ਕਰਨਾ। ਤਾਂ ਪੁਰਾਤਨ ਪੱਥਰ ਕਾਲ ਦੇ ਵਿੱਚ ਜਿਹੜਾ ਲੋਕਾਂ ਦਾ ਮੁੱਖ ਧੰਦਾ ਸੀ ਉਹ ਸ਼ਿਕਾਰ ਖੇਡਣਾ ਅਤੇ ਭੋਜਨ ਇਕੱਠਾ ਕਰਨਾ ਸੀ। ਆਪਸ਼ਨ ਡੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਮੱਧ ਪੱਥਰ ਕਾਲ ਦੇ ਲੋਕ ਕਿਸ ਦੀ ਵਰਤੋਂ ਕਰਦੇ ਸਨ। ਤਾਂਬੇ ਦੇ ਔਜ਼ਾਰਾਂ ਦੀ, ਲੋਹੇ ਦੇ ਔਜ਼ਾਰਾਂ ਦੀ, ਕੱਚ-ਮਣੀ ਦੇ ਔਜ਼ਾਰਾਂ ਦੀ ਜਾਂ ਫਿਰ ਛੋਟੇ ਪੱਥਰਾਂ ਦੇ ਔਜ਼ਾਰਾਂ ਦੀ। ਤਾਂ ਮੱਧ ਪੱਥਰ ਕਾਲ ਦੇ ਵਿੱਚ ਲੋਕ ਸੀ ਜਿਹੜੇ ਛੋਟੇ ਪੱਥਰਾਂ ਦੇ ਔਜ਼ਾਰਾਂ ਦੀ ਵਰਤੋਂ ਕਰਦੇ ਸੀ। ਆਪਸ਼ਨ ਡੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਸਿੰਧੂ ਘਾਟੀ ਦੀ ਸੱਭਿਅਤਾ ਕਿੱਥੇ ਪਾਈ ਗਈ ਸੀ। ਸੁਮੇਰ ਦੇ ਵਿੱਚ, ਚੀਨ ਵਿੱਚ, ਮਿਸਰ ਵਿੱਚ ਜਾਂ ਫਿਰ ਇਹਨਾਂ ਸਾਰਿਆਂ 'ਚ। ਤਾਂ ਸਿੰਧੂ ਘਾਟੀ ਦੀ ਸੱਭਿਅਤਾ ਸੀ ਜਿਹੜੀ ਉਹ ਸੁਮੇਰ ਦੇ ਵਿੱਚ ਪਾਈ ਗਈ ਸੀ। ਆਪਸ਼ਨ ਏ ਯਾਨੀ ਕਿ 1 ਨੰਬਰ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਲੋਥਲ ਅਤੇ ਕਾਲੀਬੰਗਾ ਜਾਂ ਕਾਲੀਬੰਗਨ ਸੰਬੰਧਿਤ ਸਨ। ਕਿਸ ਨਾਲ ਸੰਬੰਧਿਤ ਸੀਗੇ ਇਹ। ਹੜੱਪਾ ਸੱਭਿਅਤਾ ਨਾਲ, ਮਿਸਰ ਸੱਭਿਅਤਾ ਨਾਲ, ਬੇਬੀਲੋਨ ਸੱਭਿਅਤਾ ਨਾਲ ਜਾਂ ਫਿਰ ਚੀਨੀ ਸੱਭਿਅਤਾ ਨਾਲ। ਤਾਂ ਲੋਥਲ ਅਤੇ ਜੋ ਕਾਲੀਬੰਗਾ ਸੀ ਇਹ ਹੜੱਪਾ ਸੱਭਿਅਤਾ ਨਾਲ ਸੰਬੰਧਿਤ ਸੀ। ਅਗਲਾ ਪ੍ਰਸ਼ਨ ਹੈ ਸਿੰਧੂ ਘਾਟੀ ਸੱਭਿਅਤਾ ਦਾ ਬੰਦਰਗਾਹ ਨਗਰ ਕਿਹੜਾ ਹੈ। ਲੋਥਲ, ਕਾਲੀਬੰਗਾ, ਰੋਪੜ ਜਾਂ ਫਿਰ ਮੋਹਨਜੋਦੜੋ। ਤਾਂ ਸਿੰਧੂ ਘਾਟੀ ਸੱਭਿਅਤਾ ਬੰਦਰਗਾਹ ਜਿਹੜਾ ਨਗਰ ਹੈ ਉਹ ਲੋਥਲ ਹੈ। ਆਪਸ਼ਨ ਏ ਰਾਈਟ ਆਨਸਰ ਬਣੇਗਾ। ਹੇਠ ਲਿਖੀਆਂ ਧਾਤਾਂ ਵਿੱਚੋਂ ਕਿਹੜੀ ਧਾਤ ਬਾਰੇ ਸਿੰਧੂ ਘਾਟੀ ਦੇ ਲੋਕ ਨਹੀਂ ਜਾਣਦੇ ਸੀ। ਮੋਸਟ ਇੰਪੋਰਟੈਂਟ ਕੁਐਸਚਨ ਹੈ। ਟੀਨ, ਤਾਂਬਾ, ਲੋਹਾ ਜਾਂ ਫਿਰ ਸ਼ੀਸ਼ੇ ਬਾਰੇ। ਤਾਂ ਸਿੰਧੂ ਘਾਟੀ ਦੇ ਲੋਕ ਸੀ ਜਿਹੜੇ ਉਹ ਲੋਹਾ ਧਾਤ ਸੀ ਜੋ ਇਸ ਬਾਰੇ ਨਹੀਂ ਜਾਣਦੇ ਸੀਗੇ। ਆਪਸ਼ਨ ਸੀ ਯਾਨੀ ਕਿ 3 ਨੰਬਰ ਰਾਈਟ ਆਨਸਰ ਬਣੇਗਾ। ਸੋ ਕਮੈਂਟ ਜ਼ਰੂਰ ਕਰੀ ਜਾਇਓ। ਚਾਵਲ ਦੀ ਪੈਦਾਵਾਰ ਹੇਠ ਲਿਖਿਆਂ ਵਿੱਚੋਂ ਕਿਹੜੇ ਹੜੱਪਾ ਸਥਾਨਾਂ 'ਤੇ ਹੁੰਦੀ ਸੀ। ਕਾਲੀਬੰਗਨ, ਹੜੱਪਾ, ਕੋਟਦੀਜੀ ਜਾਂ ਫਿਰ ਲੋਥਲ। ਤਾਂ ਚਾਵਲ ਦੀ ਪੈਦਾਵਾਰ ਹੈ ਜਿਹੜੀ ਲੋਥਲ ਸਥਾਨ 'ਤੇ ਹੁੰਦੀ ਸੀ ਜੋ ਹੜੱਪਾ ਦਾ ਸਥਾਨ ਹੈ। ਆਪਸ਼ਨ ਡੀ ਯਾਨੀ ਕਿ 4 ਨੰਬਰ ਰਾਈਟ ਆਨਸਰ ਬਣੇਗਾ। ਸਿੰਧੂ ਲੋਕਾਂ ਦਾ ਮੁੱਖ ਭੋਜਨ ਕੀ ਸੀਗਾ। ਚਾਵਲ, ਕਣਕ, ਮੱਕੀ ਜਾਂ ਫਿਰ ਆਲੂ। ਤਾਂ ਸਿੰਧੂ ਲੋਕਾਂ ਦਾ ਮੁੱਖ ਭੋਜਨ ਸੀ ਜਿਹੜਾ ਉਹ ਕਣਕ ਸੀਗਾ। ਆਪਸ਼ਨ ਬੀ ਰਾਈਟ ਆਨਸਰ ਬਣੇਗਾ। ਸਿੰਧੂ ਲੋਕਾਂ 'ਤੇ ਸੁਭਾਵਤਾ ਕਿਹਨਾਂ ਨੇ ਰਾਜ ਕੀਤਾ ਸੀ। ਪਾਦਰੀਆਂ ਨੇ, ਰਾਜਿਆਂ ਨੇ, ਸੌਦਾਗਰਾਂ ਨੇ ਜਾਂ ਫਿਰ ਬਜ਼ੁਰਗਾਂ ਦੀ ਕਿਸੇ ਸਭਾ ਨੇ। ਤਾਂ ਸਿੰਧੂ ਲੋਕਾਂ 'ਤੇ ਸੁਭਾਵਤਾ ਜਿਹੜਾ ਰਾਜ ਸੀਗਾ ਉਹ ਸੌਦਾਗਰਾਂ ਨੇ ਕੀਤਾ ਸੀਗਾ। ਆਪਸ਼ਨ ਸੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਰਿਗਵੇਦ ਧਰਮ ਦੀ ਮੁੱਖ ਵਿਸ਼ੇਸ਼ਤਾ ਕੀ ਸੀ। ਦੇਵੀ ਮਾਤਾ ਦੀ ਪੂਜਾ ਕਰਨਾ, ਕੁਦਰਤ ਦੀ ਪੂਜਾ, ਤ੍ਰਿਮੂਰਤੀ ਦੀ ਪੂਜਾ ਜਾਂ ਫਿਰ ਪਸ਼ੂਪਤੀ ਦੀ ਪੂਜਾ। ਤਾਂ ਰਿਗਵੇਦ ਧਰਮ ਦੀ ਜਿਹੜੀ ਮੁੱਖ ਵਿਸ਼ੇਸ਼ਤਾ ਸੀ ਉਹ ਕੁਦਰਤ ਦੀ ਪੂਜਾ ਸੀ। ਆਪਸ਼ਨ ਬੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਵਿਗਿਆਨ ਦਾ ਪਰਿਣਾਮ ਦਰਸਾਇਆ ਜਾਂਦਾ ਹੈ ਕਿੱਥੇ ਦਰਸਾਇਆ ਜਾਂਦਾ ਹੈ। ਖੋਜ ਦੀ ਵਿਗਿਆਨਕ ਵਿਧੀ, ਸੰਚਿਤ ਅਤੇ ਵਿਵਸਥਿਤ ਜਾਣਕਾਰੀ ਦੇ ਦੁਆਰਾ, ਵਿਗਿਆਨਕ ਰੁਝਾਨ ਜਾਂ ਫਿਰ ਅੰਕੜਿਆਂ ਦੇ ਸੰਗ੍ਰਹਿ ਦੇ ਦੁਆਰਾ। ਤਾਂ ਵਿਗਿਆਨ ਦਾ ਪਰਿਣਾਮ ਹੈ ਜਿਹੜਾ ਇਹ ਖੋਜ ਦੀ ਵਿਗਿਆਨਕ ਵਿਧੀ ਦੇ ਦੁਆਰਾ ਜਿਹੜਾ ਦਰਸਾਇਆ ਜਾਂਦਾ ਹੈ। ਆਪਸ਼ਨ ਏ ਰਾਈਟ ਆਨਸਰ ਬਣੇਗਾ। ਸਾਈਕਲੋਨ ਨੂੰ ਮੈਕਸੀਕੋ ਦੀ ਖਾੜੀ ਵਿੱਚ ਕੀ ਕਿਹਾ ਜਾਂਦਾ ਹੈ। ਵਿਲੀ ਵਿਲੀ, ਚੱਕਰਵਾਤ, ਹੈਰੀਕੇਨਜ਼ ਜਾਂ ਫਿਰ ਝੰਝਾਵਤ। ਤਾਂ ਸਾਈਕਲੋਨ ਨੂੰ ਮੈਕਸੀਕੋ ਦੀ ਖਾੜੀ ਦੇ ਵਿੱਚ ਹੈ ਜਿਹੜਾ ਹੈਰੀਕੇਨਜ਼ ਕਿਹਾ ਜਾਂਦਾ ਹੈ। ਆਪਸ਼ਨ ਸੀ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ
किस प्रकार के जंगलों नाल जलवायु गर्मियों में गर्म ਅਤੇ ਖੁਸ਼ਕ ਰਹਿੰਦਾ ਹੈ, ਸਰਦੀਆਂ ਵਿੱਚ ਗਰਮ ਅਤੇ ਸਿੱਲਾ ਰਹਿੰਦਾ ਹੈ। ਕਿਹੜੇ ਜੰਗਲ ਹੁੰਦੇ ਨੇ? ਸਦਾਬਹਾਰ ਜੰਗਲ, ਮੈਡੀਟੇਰੀਅਨ ਜੰਗਲ, ਕੋਨੀਫੇਰੀਅਸ ਜੰਗਲ ਜਾਂ ਫਿਰ ਪਤਝੜ ਜੰਗਲ। ਤਾਂ ਇਹ ਹੁੰਦੇ ਨੇ ਜੀ ਮੈਡੀਟੇਰੀਅਨ ਜੰਗਲ, ਆਪਸ਼ਨ ਬੀ। ਤਾਂ ਇਹ ਕੁਐਸਚਨ ਦੇ ਹਿਸਾਬ ਨਾਲ 2 ਨੰਬਰ ਜਿਹੜਾ ਰਾਈਟ ਆਨਸਰ ਬਣੇਗਾ। ਜਿੱਥੇ ਅਜੇ ਜੰਗਲ ਨੇ ਜਿਹੜੇ ਮੈਡੀਟੇਰੀਅਨ ਜੰਗਲ, ਤਾਂ ਇਹਦੇ ਵਿੱਚ ਗਰਮੀਆਂ ਦੇ ਵਿੱਚ ਗਰਮ ਅਤੇ ਖੁਸ਼ਕ ਜਲਵਾਯੂ ਜਿਹੜੀ ਰਹਿੰਦੀ ਹੈ ਅਤੇ ਸਰਦੀਆਂ ਦੇ ਵਿੱਚ ਗਰਮ ਅਤੇ ਸਿੱਲੀ ਜਲਵਾਯੂ ਹੈ ਜਿਹੜੀ ਉਹ ਰਹਿੰਦੀ ਹੈ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤ ਦੇ ਵਿੱਚ ਗਰੀਬੀ ਦਾ ਕਾਰਨ ਨਹੀਂ ਹੈ? ਬੇਰੁਜ਼ਗਾਰੀ, ਜਨਸੰਖਿਆ ਵਾਧਾ ਦਾ ਤੇਜ਼ੀ ਨਾਲ ਵਾਧਾ, ਸਿੱਖਿਆ ਜਾਂ ਫਿਰ ਪਰਿਵਾਰ ਦਾ ਵੱਡਾ ਹੋਣਾ। ਤਾਂ ਇਹਦੇ ਵਿੱਚ ਭਾਰਤ ਦੇ ਵਿੱਚ ਗਰੀਬੀ ਦਾ ਕਾਰਨ ਜਿਹੜਾ ਨਹੀਂ ਹੈ ਉਹ ਹੈ ਸਿੱਖਿਆ, ਆਪਸ਼ਨ ਸੀ। ਸਿੱਖਿਆ ਜਿਹੜੀ ਭਾਰਤ ਦੇ ਵਿੱਚ ਗਰੀਬੀ ਦਾ ਕਾਰਨ ਨਹੀਂ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰੀ, ਜਨਸੰਖਿਆ ਵਾਧਾ ਅਤੇ ਪਰਿਵਾਰ ਦਾ ਵੱਡਾ ਹੋਣਾ ਇਹ ਗਰੀਬੀ ਦੇ ਕਾਰਨ ਨੇ। ਇਹ ਪੁੱਛਿਆ ਗਿਆ ਕਾਰਨ ਨਹੀਂ ਹੈ, ਉਹ ਹੈ ਸਿੱਖਿਆ। ਸਿੱਖਿਆ ਕਦੇ ਵੀ ਗਰੀਬੀ ਦਾ ਕਾਰਨ ਹੈ ਜਿਹੜਾ ਉਹ ਨਹੀਂ ਬਣਦੀ। ਅਗਲਾ ਪ੍ਰਸ਼ਨ ਹੈ, ਸਾਖਰਤਾ ਦਰ ਲੱਭਣ ਦਾ ਸੂਤਰ। ਸਾਖਰਤਾ ਦਰ ਹੈ ਜਿਹੜੀ ਕਿਵੇਂ ਕੱਢੀ ਜਾਂਦੀ ਹੈ? ਤਾਂ ਇਹ ਫਾਰਮੂਲਾ ਹੁੰਦਾ ਹੈ, ਸੋ ਡਾਇਰੈਕਟ ਤੁਹਾਨੂੰ ਦੱਸ ਦਿੰਦੇ ਹਾਂ। ਤਾਂ ਇਹ ਹੋਏਗਾ ਪੜ੍ਹੇ ਲਿਖੇ ਲੋਕਾਂ ਦੀ ਕੁੱਲ ਸੰਖਿਆ 6 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਕੁੱਲ ਜਨਸੰਖਿਆ ਗੁਣਾ 100। ਯਾਨੀ ਕਿ ਜਿਹੜੇ ਪੜ੍ਹੇ ਲਿਖੇ ਲੋਕ ਨੇ ਤਾਂ ਉਹਨਾਂ ਦੀ ਸੰਖਿਆ ਆ ਜਾਏਗੀ ਜੋ 6 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ, ਅਤੇ ਜੋ ਕੁੱਲ ਜਨਸੰਖਿਆ ਹੁੰਦੀ ਹੈ ਉਹ ਆ ਜਾਏਗੀ ਗੁਣਾ 100। ਤਾਂ ਇਸ ਤਰ੍ਹਾਂ ਸਾਖਰਤਾ ਦਰ ਹੈ ਜਿਹੜੀ ਉਹ ਲੱਭੀ ਜਾ ਸਕਦੀ ਹੈ। ਅੱਗੇ ਕਥਨ ਦਿੱਤੇ ਗਏ ਨੇ, ਤਾਂ ਇਹ ਕਥਨ ਦਾ ਜਿਹੜਾ ਰਾਈਟ ਆਨਸਰ ਬਣਦਾ ਹੈ ਉਹ ਦੂਜਾ, ਤੀਜਾ ਅਤੇ ਚੌਥਾ ਬਣੇਗਾ ਆਪਸ਼ਨ ਦੇ ਹਿਸਾਬ ਨਾਲ 3। ਘਰ ਦਾ ਰੰਗ ਰੋਗਨ ਜਿਹੜਾ ਸਮੇਂ 'ਤੇ ਹੋਣਾ ਚਾਹੀਦਾ ਹੈ। ਕੂੜਾ ਕਰਕਟ ਨੂੰ ਜਿਹੜਾ ਕੂੜੇਦਾਨ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ। ਪਾਣੀ ਅਤੇ ਭੋਜਨ ਨੂੰ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ। ਸੋ ਇਹਦੇ ਵਿੱਚ ਰਾਈਟ ਆਨਸਰ ਇਹ ਬਣੇਗਾ। ਸੋ ਇਹ ਸਾਰਨੀ ਹੈ, ਇੱਦਾਂ ਦੇ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਆ ਜਾਂਦੇ ਹੈ। ਅਗਲਾ ਪ੍ਰਸ਼ਨ ਹੈ, ਵਿਸ਼ਾਖਾਪਟਨਮ ਦਾ ਤਾਪਮਾਨ 40 ਡਿਗਰੀ ਸੈਲਸੀਅਸ ਹੈ। ਮਾਊਂਟ ਐਵਰੈਸਟ ਦੀ ਉਚਾਈ ਹੈ ਜਿਹੜੀ ਹੈ 8848। ਇਸ 'ਤੇ ਉਚਾਈ ਦਾ ਜਿਹੜਾ ਤਾਪਮਾਨ ਜਿਹੜਾ ਕੀ ਹੋਏਗਾ? ਸੋ ਇਹ ਕੁਐਸਚਨ ਪੁੱਛਿਆ ਗਿਆ, ਤਾਂ ਇਹ ਹੋਏਗਾ ਜੀ -12 ਡਿਗਰੀ ਸੈਲਸੀਅਸ, ਆਪਸ਼ਨ ਬੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਪੈਨੀਸੂਲਰ ਪਲੇਟੂ ਦੇ ਪੂਰਬੀ ਅਤੇ ਪੱਛਮੀ ਘਾਟ ਕਿੱਥੇ ਮਿਲਦੇ ਨੇ? ਸ਼ੇਸ਼ਾਚਲਾ ਪਹਾੜੀਆਂ 'ਤੇ, ਨਾਲਾਮਲ ਪਹਾੜ, ਨੀਲਗਿਰੀ ਪਹਾੜੀਆਂ ਜਾਂ ਫਿਰ ਪੈਪੀ ਪਹਾੜੀਆਂ 'ਤੇ। ਤਾਂ ਇਹ ਮਿਲਦੇ ਆ ਜੀ ਆਪਸ਼ਨ 3 ਯਾਨੀ ਕਿ ਸੀ, ਨੀਲਗਿਰੀ ਪਹਾੜੀਆਂ 'ਤੇ। ਪੈਨੀਸੂਲਰ ਪਲੇਟੂ ਦੇ ਪੂਰਬੀ ਅਤੇ ਪੱਛਮੀ ਘਾਟ ਨੇ ਜਿਹੜੇ ਨੀਲਗਿਰੀ ਪਹਾੜੀਆਂ 'ਤੇ ਮਿਲਦੇ ਆ। ਅਗਲਾ ਪ੍ਰਸ਼ਨ ਹੈ, ਮੋਸਟ ਇੰਪੋਰਟੈਂਟ ਹੈ, ਸੂਰਜ ਅਤੇ ਚੰਦਰਮਾ ਦੇ ਵਿਚਕਾਰ ਘੱਟੋ ਘੱਟ ਦੂਰੀ ਕਦੋਂ ਹੁੰਦੀ ਹੈ? 22 ਦਸੰਬਰ, 21 ਜੂਨ, 24 ਦਸੰਬਰ ਜਾਂ ਫਿਰ 3 ਜਨਵਰੀ। ਤਾਂ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਜਿਹੜੀ ਘੱਟੋ ਘੱਟ ਦੂਰੀ ਹੈ ਉਹ 3 ਜਨਵਰੀ ਨੂੰ ਹੁੰਦੀ ਹੈ, ਆਪਸ਼ਨ 4 ਯਾਨੀ ਕਿ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਜਿਸ ਦਿਨ ਸੂਰਜ ਧਰਤੀ ਦੇ ਸਭ ਤੋਂ ਜ਼ਿਆਦਾ ਨੇੜੇ ਹੁੰਦਾ ਹੈ ਉਸ ਦਿਨ ਧਰਤੀ ਨੂੰ ਡੈਸ਼ 'ਤੇ ਕਿਹਾ ਜਾਂਦਾ ਹੈ? ਸੂਰਜ ਤੋਂ ਦੂਰਤਮ ਬਿੰਦੂ ਜਾਂ ਸੂਰਜ ਤੋਂ ਨਿਕਟਤਮ ਬਿੰਦੂ ਜਾਂ ਭੂਮੀ ਤੋਂ ਦੂਰਤਮ ਬਿੰਦੂ ਜਾਂ ਫਿਰ ਭੂਮੀ ਤੋਂ ਨਿਕਟਤਮ ਬਿੰਦੂ। ਤਾਂ ਉਸ ਨੂੰ ਕਿਹਾ ਜਾਂਦਾ ਹੈ ਜੀ ਆਪਸ਼ਨ 2 ਸੂਰਜ ਤੋਂ ਨਿਕਟਤਮ ਬਿੰਦੂ। ਜਦੋਂ ਸੂਰਜ ਧਰਤੀ ਦੇ ਸਭ ਤੋਂ ਜ਼ਿਆਦਾ ਨੇੜੇ ਹੁੰਦਾ ਹੈ ਤਾਂ ਉਸ ਦਿਨ ਧਰਤੀ ਨੂੰ ਜਿਹੜਾ ਸੂਰਜ ਤੋਂ ਨਿਕਟਤਮ ਬਿੰਦੂ ਕਿਹਾ ਜਾਂਦਾ ਹੈ, ਆਪਸ਼ਨ ਬੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਧਰਤੀ ਸੂਰਜ ਤੋਂ ਸਭ ਤੋਂ ਜ਼ਿਆਦਾ ਦੂਰ ਕਦੋਂ ਹੁੰਦੀ ਹੈ? 4 ਜੁਲਾਈ, 30 ਜਨਵਰੀ, 22 ਸਤੰਬਰ ਜਾਂ ਫਿਰ 22 ਦਸੰਬਰ। ਤਾਂ ਧਰਤੀ ਸੂਰਜ ਤੋਂ ਸਭ ਤੋਂ ਜ਼ਿਆਦਾ ਦੂਰ ਹੈ ਜਿਹੜਾ ਉਹ 4 ਜੁਲਾਈ ਨੂੰ ਹੁੰਦੀ ਹੈ, ਅਤੇ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਘੱਟੋ ਘੱਟ ਦੂਰੀ ਉਹ 3 ਜਨਵਰੀ ਨੂੰ ਹੁੰਦੀ ਹੈ। ਸੋ ਦੋਨਾਂ 'ਚੋਂ ਕੋਈ ਵੀ ਕੁਐਸਚਨ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਸੋਲਰ ਦਿਵਸ ਅਤੇ ਸੌਰ ਵੰਸ਼ ਦੇ ਵਿਚਕਾਰ ਕੀ ਸੰਬੰਧ ਹੈ? ਦੋਵੇਂ ਬਰਾਬਰ ਨੇ। ਸੌਰ ਦਿਵਸ ਸੌਰ ਵੰਸ਼ ਤੋਂ ਵੱਡਾ ਹੁੰਦਾ ਹੈ, ਸੌਰ ਦਿਵਸ ਸੌਰ ਵੰਸ਼ ਤੋਂ ਛੋਟਾ ਹੈ, ਜਾਂ ਇਹਨਾਂ ਦੋਹਾਂ ਵਿੱਚ ਕੋਈ ਸੰਬੰਧ ਨਹੀਂ ਹੁੰਦਾ। ਤਾਂ ਇਹਦਾ ਰਾਈਟ ਆਨਸਰ ਆਏਗਾ ਜਿਹੜਾ ਸੌਰ ਦਿਵਸ ਹੈ ਤਾਂ ਉਹ ਸੌਰ ਵੰਸ਼ ਤੋਂ ਹੈ ਜਿਹੜਾ
ਵੱਡਾ ਹੁੰਦਾ ਹੈ। ਤਾਂ ਸੌਰ ਦਿਵਸ ਹੈ ਜਿਹੜਾ ਸੌਰ ਵੰਸ਼ ਤੋਂ ਵੱਡਾ ਹੁੰਦਾ ਹੈ। ਤਾਂ ਆਪਸ਼ਨ ਹੈ ਜਿਹੜਾ 2 ਸਾਡਾ ਰਾਈਟ ਆਨਸਰ ਬਣੇਗਾ, ਯਾਨੀ ਕਿ ਬੀ। ਅਗਲਾ ਪ੍ਰਸ਼ਨ ਹੈ ਚੰਦਰਮਾ ਦੀ ਸਤ੍ਹਾ ਦਾ ਕਿੰਨਾ ਭਾਗ ਧਰਤੀ ਤੋਂ ਦਿਖਾਈ ਦਿੰਦਾ ਹੈ। ਇਹ ਪਹਿਲਾਂ ਪੰਜਾਬ ਟੈਟ ਦੇ ਵਿੱਚ ਕੁਐਸਚਨ ਪੁੱਛਿਆ ਗਿਆ। 75% ਤੋਂ ਵੱਧ, ਲਗਭਗ 40%, ਲਗਭਗ 59% ਜਾਂ ਲਗਭਗ 65%। ਤਾਂ ਚੰਦਰਮਾ ਦੀ ਸਤ੍ਹਾ ਦਾ ਜਿਹੜਾ 59% ਭਾਗ ਹੈ ਉਹ ਧਰਤੀ ਤੋਂ ਦਿਖਾਈ ਦਿੰਦਾ ਹੈ। ਆਪਸ਼ਨ ਸੀ ਰਾਈਟ ਆਨਸਰ ਬਣੇਗਾ। ਧਰਤੀ ਤੋਂ ਤਾਰਿਆਂ ਦੀ ਦੂਰੀ ਮਾਪਣ ਦੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ? ਪ੍ਰਕਾਸ਼, ਸਾਲ, ਫੈਥਮਜ਼, ਸਮੁੰਦਰੀ ਮੀਲ ਜਾਂ ਫਿਰ ਕਿਲੋਮੀਟਰ। ਤਾਂ ਇਹ ਕਿਹਾ ਜਾਂਦਾ ਜੀ ਪ੍ਰਕਾਸ਼ ਸਾਲ। ਆਪਸ਼ਨ ਏ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਚੰਦਰਮਾ ਦੇ ਧਰਾਤਲ 'ਤੇ ਕੀ ਹੁੰਦਾ ਹੈ? ਪੁੰਜ ਅਤੇ ਭਾਰ ਘਟ ਜਾਂਦੇ ਨੇ, ਪੁੰਜ ਇਕਸਾਰ ਰਹਿੰਦਾ ਹੈ, ਕੇਵਲ ਭਾਰ ਘਟਦਾ ਹੈ, ਕੇਵਲ ਪੁੰਜ ਹੀ ਘਟਦਾ ਹੈ, ਜਾਂ ਫਿਰ ਪੁੰਜ ਅਤੇ ਭਾਰ ਦੋਨਾਂ ਵਿੱਚ ਕੋਈ ਫਰਕ ਨਹੀਂ ਪੈਂਦਾ। ਤਾਂ ਜਦੋਂ ਚੰਦਰ ਦਾ ਧਰਾਤਲ 'ਤੇ ਜਾਇਆ ਜਾਂਦਾ ਹੈ ਤਾਂ ਇਹਦੇ ਵਿੱਚ ਕੀ ਹੁੰਦਾ ਹੈ? ਪੁੰਜ ਇਕਸਾਰ ਰਹਿੰਦਾ ਹੈ, ਕੇਵਲ ਭਾਰ ਹੈ ਜਿਹੜਾ ਉਹ ਘਟਦਾ ਹੈ। ਸੋ ਭਾਰ ਘਟ ਜਾਂਦਾ ਹੈ, ਜੋ ਬਨਾਵਟ ਜੋ ਪੁੰਜ ਹੁੰਦੀ ਹੈ ਉਹ ਉਸ ਤਰ੍ਹਾਂ ਦਾ ਰਹਿੰਦਾ ਹੈ। ਆਪਸ਼ਨ ਬੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਵਿਧਾਨ ਦੀ ਵਿਸ਼ੇਸ਼ਤਾ ਜਿਹੜੀ ਨਹੀਂ ਹੈ? ਲੋਕਤੰਤਰੀ ਪ੍ਰਬੰਧ, ਮੁੱਢਲੇ ਅਧਿਕਾਰ ਅਤੇ ਫਰਜ਼, ਹਰ ਨੌਜਵਾਨ ਨੂੰ ਰੁਜ਼ਗਾਰ ਦਾ ਭਰੋਸਾ ਦੇਣਾ ਅਤੇ ਆਤਮ ਨਿਰਭਰ ਨਿਆਂ ਪ੍ਰਬੰਧ। ਤਾਂ ਵਿਸ਼ੇਸ਼ਤਾ ਨਹੀਂ ਹੈ ਪੁੱਛਿਆ ਗਿਆ ਤਾਂ ਉਹ ਆਏਗਾ ਜੀ ਲੋਕਤੰਤਰੀ ਪ੍ਰਬੰਧ। ਆਪਸ਼ਨ ਏ ਜੋ ਭਾਰਤੀ ਸੰਵਿਧਾਨ ਦੀ ਜਿਹੜੀ ਵਿਸ਼ੇਸ਼ਤਾ ਨਹੀਂ ਹੈ। ਅਗਲਾ ਪ੍ਰਸ਼ਨ ਹੈ ਬਰਤਾਨਵੀ ਸੰਸਦ ਨੇ ਉਸ ਨੂੰ ਅਭਿਯੋਜਿਤ ਕੀਤਾ ਸੀ, ਕਦੋਂ ਕੀਤਾ ਸੀ? ਕਾਰਨਵਾਲਿਸ, ਚਾਰਲਸ ਕਲਾਈਵ, ਵਾਰਨ ਹੇਸਟਿੰਗਸ ਜਾਂ ਟੀ.ਬੀ. ਮੈਕਾਲੇ ਨੇ। ਤਾਂ ਬਰਤਾਨਵੀ ਸੰਸਦ ਨੇ ਜਿਹੜਾ ਵਾਰਨ ਹੇਸਟਿੰਗਸ ਜੋ ਹੋਏ ਨੇ ਉਹਨਾਂ ਨੂੰ ਅਭਿਯੋਜਿਤ ਹੈ ਜਿਹੜਾ ਉਹ ਕੀਤਾ ਸੀ। ਤਾਂ ਅਗਲਾ ਪ੍ਰਸ਼ਨ ਹੈ ਜੀ ਹੇਠ ਲਿਖੇ ਵਿੱਚੋਂ ਕਿਹੜਾ ਕਥਨ ਹੈ ਜਿਹੜਾ ਉਹ ਨਹੀਂ ਹੈ? ਗ੍ਰਾਮ ਸਭਾ ਗ੍ਰਾਮ ਪੰਚਾਇਤ ਜ਼ਿੰਮੇਵਾਰ ਬਣਾਉਣ ਲਈ ਮੁੱਖ ਭੂਮਿਕਾ ਜਿਹੜੀ ਉਹ ਨਿਭਾਉਂਦੀ ਹੈ। ਹਰ ਵਾਰਡ ਵਿੱਚੋਂ ਚੁਣੇ ਗਏ ਮੈਂਬਰਾਂ ਨੂੰ ਪੰਚ ਕਿਹਾ ਜਾਂਦਾ ਹੈ। ਗ੍ਰਾਮ ਸਭਾ ਦਾ ਸਚਿਵ ਸਰਕਾਰ ਦੇ ਦੁਆਰਾ ਚੁਣਿਆ ਜਾਂਦਾ ਹੈ। ਸਰਪੰਚ ਦੁਆਰਾ ਗ੍ਰਾਮ ਸਭਾ ਦੀ ਬੈਠਕ ਹੈ ਜਿਹੜੀ ਬੁਲਾਈ ਜਾਂਦੀ ਹੈ। ਸੋ ਸਹੀ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸਹੀ ਕਥਨ ਨਹੀਂ ਹੈ? ਤਾਂ ਇਹਦੇ ਵਿੱਚ ਜਿਹੜਾ ਬਣੇਗਾ ਆਪਸ਼ਨ 4 ਬਣੇਗਾ। ਸਰਪੰਚ ਦੇ ਦੁਆਰਾ ਗ੍ਰਾਮ ਸਭਾ ਦੀ ਬੈਠਕ ਹੈ ਜਿਹੜੀ ਉਹ ਬੁਲਾਈ ਜਾਂਦੀ ਹੈ। ਸੋ ਸਹੀ ਕਥਨ ਇਹ ਨਹੀਂ ਹੈ। ਬਾਕੀ ਉੱਪਰਲੇ 3 ਕਥਨ ਨੇ ਜਿਹੜੇ ਉਹ ਸਹੀ ਨੇ। ਅਗਲਾ ਪ੍ਰਸ਼ਨ ਹੈ ਸਿਹਤ, ਆਮਦਨ ਅਤੇ ਅੱਗ ਬੁਝਾਊ ਸੇਵਾਵਾਂ ਅਤੇ ਸਿੱਖਿਆ ਕਿਹੜੀ ਸ਼੍ਰੇਣੀ ਨਾਲ ਹੈ ਜਿਹੜੀਆਂ ਸੰਬੰਧਿਤ ਨੇ? ਸਾਰੀਆਂ ਸਧਾਰਨ ਸੇਵਾਵਾਂ ਹਨ, ਸਾਰੀਆਂ ਐਮਰਜੈਂਸੀ ਸੇਵਾਵਾਂ ਨੇ, ਸਿਹਤ ਅਤੇ ਅੱਗ ਬੁਝਾਊ ਸੇਵਾਵਾਂ ਐਮਰਜੈਂਸੀ ਹਨ ਅਤੇ ਆਮਦਨ ਅਤੇ ਸਿੱਖਿਆ ਸੇਵਾਵਾਂ ਸਧਾਰਨ ਸੇਵਾਵਾਂ ਨੇ, ਜਾਂ ਫਿਰ ਨੰਬਰ 4। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਬਣੇਗਾ ਉਹ 3 ਬਣੇਗਾ, ਯਾਨੀ ਕਿ ਸੀ ਸਿਹਤ ਅਤੇ ਅੱਗ ਬੁਝਾਊ ਸੇਵਾਵਾਂ ਐਮਰਜੈਂਸੀ ਹਨ, ਆਮਦਨ ਅਤੇ ਸਿੱਖਿਆ ਸੇਵਾਵਾਂ ਨੇ ਜਿਹੜੀਆਂ ਉਹ ਸਧਾਰਨ ਸੇਵਾਵਾਂ ਹਨ। ਅਗਲਾ ਪ੍ਰਸ਼ਨ ਹੈ ਕਿਸ ਕਾਰਨ ਭਾਰਤ ਨੂੰ ਇਕਾਤਮਕ ਅਤੇ ਸੰਘਾਤਮਕ ਰਾਜ ਕਿਹਾ ਜਾਂਦਾ ਹੈ? ਪ੍ਰਾਂਤਾਂ ਦੇ ਕੇਂਦਰ ਦੀ ਸਰਵਉੱਚਤਾ ਅਤੇ ਇੱਕ ਨਾਗਰਿਕਤਾ ਦੇ ਕਾਰਨ, ਲਿਖਤ ਸੰਵਿਧਾਨ ਅਤੇ ਆਤਮ ਨਿਰਭਰ ਸਰਵਉੱਚ ਨਿਆਇਲੇ ਦੀ ਸਥਾਪਨਾ ਦੇ ਕਾਰਨ, ਜਾਂ ਫਿਰ ਕੇਂਦਰ ਅਤੇ ਪ੍ਰਾਂਤਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਅਤੇ ਕੇਂਦਰ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕਾਰਨ, ਜਾਂ ਕੇਂਦਰ ਦੀਆਂ ਸ਼ਕਤੀਆਂ 'ਤੇ ਲਿਖਿਆ ਹੋਇਆ ਸੰਵਿਧਾਨ ਦੇ ਕਾਰਨ। ਤਾਂ ਭਾਰਤ ਨੂੰ ਇਕਾਤਮਕ ਅਤੇ ਸੰਘਾਤਮਕ ਰਾਜ ਹੈ ਜਿਹੜਾ ਉਹ ਆਪਸ਼ਨ 4 ਆਨਸਰ ਆਏਗਾ। ਕੇਂਦਰ ਦੀਆਂ ਸ਼ਕਤੀਆਂ ਅਤੇ ਲਿਖਿਆ ਹੋਇਆ ਸੰਵਿਧਾਨ, ਇਸ ਦੇ ਕਾਰਨ ਜਿਹੜਾ ਭਾਰਤ ਨੂੰ ਇਕਾਤਮਕ ਅਤੇ ਸੰਘਾਤਮਕ ਰਾਜ ਹੈ ਜਿਹੜਾ ਉਹ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਮੀਡੀਆ ਨੂੰ ਪੂਰੀ ਤਰ੍ਹਾਂ ਆਤਮ ਨਿਰਭਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹਦਾ ਸੰਬੰਧ ਹੈ ਸੱਭਿਆ ਸਮਾਜ ਨਾਲ, ਸਰਕਾਰੀ ਏਜੰਸੀਆਂ ਨਾਲ, ਵਪਾਰਕ ਘਰ ਨਾਲ, ਜਾਂ ਫਿਰ ਜੋ NGOs ਹੁੰਦੀਆਂ ਨੇ ਉਹਨਾਂ ਨਾਲ।
ਤਾਂ ਇਹਦਾ ਰਾਈਟ ਆਨਸਰ ਬਣੇਗਾ ਵਪਾਰਿਕ ਘਰ ਨਾਲ। ਤਾਂ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਮੀਡੀਆ ਨੂੰ ਹੈ ਆਤਮ ਨਿਰਭਰ ਇਸ ਕਰਕੇ ਨਹੀਂ ਕਿਹਾ ਜਾਂਦਾ। ਅਗਲਾ ਪ੍ਰਸ਼ਨ ਹੈ, ਸੰਵਿਧਾਨ ਸਭਾ ਦੇ ਮੈਂਬਰ ਲੋਕਾਂ ਦੁਆਰਾ ਸਿੱਧੇ ਚੁਣੇ ਜਾਂਦੇ ਨੇ, ਵੱਖ-ਵੱਖ ਰਾਜਨੀਤਿਕ ਦਲਾਂ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ, ਭਾਰਤੀ ਪ੍ਰਾਂਤਾਂ ਦੇ ਸ਼ਾਸਕਾਂ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ, ਜਾਂ ਪ੍ਰਾਂਤਿਕ ਵਿਧਾਨ ਸਭਾਵਾਂ ਦੇ ਦੁਆਰਾ ਚੁਣੇ ਜਾਂਦੇ ਨੇ। ਤਾਂ ਇਹਦਾ ਰਾਈਟ ਆਨਸਰ ਜਿਹੜਾ ਬਣੇਗਾ ਉਹ ਬਣੇਗਾ ਜੀ ਪ੍ਰਾਂਤਿਕ ਵਿਧਾਨ ਸਭਾਵਾਂ ਦੁਆਰਾ ਚੁਣੇ ਜਾਂਦੇ ਨੇ ਜੋ ਸੰਵਿਧਾਨ ਸਭਾ ਦੇ ਮੈਂਬਰ ਹੁੰਦੇ ਨੇ। ਆਪਸ਼ਨ ਡੀ। ਤਾਂ ਆਪਸ਼ਨ 4 ਇਹਦੇ ਵਿੱਚ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਕੈਬਨਿਟ ਮਿਸ਼ਨ ਯੋਜਨਾ ਦੇ ਅਧੀਨ ਬਣਾਈ ਗਈ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਸੀ? 399, 411, 298 ਜਾਂ ਫਿਰ 487? ਤਾਂ ਇਹ ਸੀਗੀ ਜੀ 399। ਆਪਸ਼ਨ ਏ। ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ? 26 ਜਨਵਰੀ 1948, 16 ਅਗਸਤ 1947, 9 ਦਸੰਬਰ 1946 ਜਾਂ ਫਿਰ 26 ਨਵੰਬਰ 1947 ਨੂੰ? ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਸੀ ਜਿਹੜੀ 9 ਦਸੰਬਰ 1946 ਨੂੰ ਹੋਈ ਸੀ। ਆਪਸ਼ਨ ਸੀ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਸ ਨੇ ਸੰਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਦੇ ਤੌਰ ਤੇ ਕੰਮ ਕੀਤਾ ਸੀ? ਸ੍ਰੀ ਰਾਜਗੋਪਾਲਾਚਾਰੀਆ ਨੇ, ਸਚਿਦਾਨੰਦ ਸਿਨਹਾ ਨੇ, ਡਾਕਟਰ ਰਾਜਿੰਦਰ ਪ੍ਰਸਾਦ ਨੇ ਜਾਂ ਫਿਰ ਜਵਾਹਰ ਲਾਲ ਨਹਿਰੂ ਨੇ? ਤਾਂ ਸੰਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਦੇ ਤੌਰ ਤੇ ਕੰਮ ਹੈ ਜਿਹੜਾ ਸਚਿਦਾਨੰਦ ਸਿਨਹਾ ਨੇ ਕੀਤਾ ਸੀਗਾ। ਆਪਸ਼ਨ ਬੀ ਰਾਈਟ ਆਨਸਰ ਬਣੇਗਾ। 11 ਦਸੰਬਰ 1946 ਨੂੰ ਸੰਵਿਧਾਨ ਸਭਾ ਨੇ ਡੈਸ਼ ਨੂੰ ਅਸਥਾਈ ਤੌਰ ਤੇ ਆਪਣਾ ਪ੍ਰਧਾਨ ਚੁਣਿਆ ਸੀ। ਕਿਸ ਨੂੰ ਚੁਣਿਆ ਸੀ? ਜਵਾਹਰ ਲਾਲ ਨਹਿਰੂ, ਡਾਕਟਰ ਰਾਜਿੰਦਰ ਪ੍ਰਸਾਦ, ਡਾਕਟਰ ਬੀ ਆਰ ਅੰਬੇਦਕਰ ਜਾਂ ਫਿਰ ਕੇ ਐਮ ਮੁਨਸੀ ਨੂੰ? ਤਾਂ ਇਹ ਚੁਣਿਆ ਗਿਆ ਸੀ ਜੀ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ। 11 ਦਸੰਬਰ 1946 ਨੂੰ ਸੰਵਿਧਾਨ ਸਭਾ ਨੇ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਆਪਣਾ ਸਥਾਈ ਤੌਰ ਤੇ ਪ੍ਰਧਾਨ ਜਿਹੜਾ ਉਹ ਚੁਣ ਲਿਆ ਸੀ। ਅਗਲਾ ਪ੍ਰਸ਼ਨ ਹੈ, ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਕਿਸ ਨੇ ਕੰਮ ਕੀਤਾ ਸੀ? ਡਾਕਟਰ ਬੀ ਆਰ ਅੰਬੇਦਕਰ ਨੇ, ਸ੍ਰੀ ਰਾਜਗੋਪਾਲਾਚਾਰੀਆ ਨੇ, ਡਾਕਟਰ ਰਾਜਿੰਦਰ ਪ੍ਰਸਾਦ ਨੇ ਜਾਂ ਫਿਰ ਜਵਾਹਰ ਲਾਲ ਨਹਿਰੂ ਨੇ? ਤਾਂ ਖਰੜਾ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਕੰਮ ਹੈ ਜਿਹੜਾ ਉਹ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਕੀਤਾ ਸੀ। ਆਪਸ਼ਨ ਏ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੁਸਲਿਮ ਲੀਗ ਦੀ ਬੈਠਕ ਤੋਂ ਬਾਅਦ ਸੰਵਿਧਾਨ ਸਭਾ ਦੀ ਸੰਖਿਆ ਘਟਾ ਕੇ ਕਿੰਨੀ ਕਰ ਦਿੱਤੀ ਗਈ ਸੀ? 299 ਮੈਂਬਰ, 329, 331 ਜਾਂ ਫਿਰ 359 ਮੈਂਬਰ? ਤਾਂ ਇਹ ਕੀਤੀ ਗਈ ਸੀ ਜੀ 299 ਮੈਂਬਰ। ਮੁਸਲਿਮ ਲੀਗ ਦੀ ਜਦੋਂ ਬੈਠਕ ਹੋਈ ਸੀ ਤਾਂ ਇਸ ਤੋਂ ਬਾਅਦ ਸੰਵਿਧਾਨ ਸਭਾ ਦੀ ਸੰਖਿਆ ਜਿਹੜੀ ਘਟਾ ਕੇ 299 ਮੈਂਬਰ ਹੈ ਜਿਹੜੀ ਉਹ ਕਰ ਦਿੱਤੀ ਗਈ ਸੀ। ਭਾਰਤ ਦਾ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਦੁਆਰਾ ਕਿੰਨੀਆਂ ਸਮਿਤੀਆਂ ਦਾ ਗਠਨ ਹੈ ਜਿਹੜਾ ਉਹ ਕੀਤਾ ਗਿਆ ਸੀ? 13, 9, 17 ਜਾਂ ਫਿਰ 7 ਸਮਿਤੀਆਂ ਦਾ? ਤਾਂ ਇਹ ਕੀਤਾ ਗਿਆ ਸੀਗਾ ਜੀ 13 ਸਮਿਤੀਆਂ ਦਾ। ਆਪਸ਼ਨ ਏ ਰਾਈਟ ਆਨਸਰ ਬਣੇਗਾ। ਸੋ ਕਿੰਨੇ ਤੁਹਾਡੇ ਕੁਐਸਚਨ ਸਹੀ ਜਾਂਦੇ ਕਮੈਂਟ ਜ਼ਰੂਰ ਕਰਦਿਆ ਕਰੋ। ਸੰਵਿਧਾਨ ਦੀ ਖਰੜਾ ਕਮੇਟੀ ਵਿੱਚ ਪ੍ਰਧਾਨ ਸਮੇਤ ਕਿੰਨੇ ਮੈਂਬਰ ਸਨ? 7, 5, 9 ਜਾਂ ਫਿਰ 3 ਮੈਂਬਰ? ਤਾਂ ਉਸ ਸਮੇਂ ਪ੍ਰਧਾਨ ਸਮੇਤ ਜਿਹੜੇ 7 ਮੈਂਬਰ ਸੀਗੇ। ਆਪਸ਼ਨ ਏ ਰਾਈਟ ਆਨਸਰ ਬਣੇਗਾ। ਸਮਾਜਿਕ ਗਿਆਨ ਜੀਵਨ ਦੀਆਂ ਠੋਸ ਹਾਲਾਤਾਂ ਦਾ ਗਿਆਨ ਹੁੰਦਾ ਹੈ, ਇਹ ਕਿਸ ਨੇ ਕਿਹਾ ਸੀ? ਜੌਨ ਡੀਵੀ, ਰੂਸੋ, ਰਾਸ ਜਾਂ ਫਿਰ ਸਕਿਨਰ ਨੇ? ਜਾਂ ਕਥਨ ਪੁੱਛ ਲਿਆ ਜਾਂਦਾ ਕਿਸ ਦਾ ਕਥਨ ਹੈ? ਤਾਂ ਇਹ ਕਿਹਾ ਸੀਗਾ ਜੀ ਇਹ ਕਥਨ ਸੀਗਾ ਜੌਨ ਡੀਵੀ ਦਾ। ਆਪਸ਼ਨ ਏ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸਮਾਜਿਕ ਅਧਿਐਨ ਡੈਸ਼ ਦੇ ਹਸਤਾਂਤਰਣ ਵਿੱਚ ਸਹਾਇਕ ਹੈ? ਕਿਸ ਦੇ ਹਸਤਾਂਤਰਣ ਦੇ ਵਿੱਚ ਸਹਾਇਕ ਹੁੰਦਾ ਹੈ ਸਮਾਜਿਕ ਅਧਿਐਨ? ਕਲਾ ਦੇ, ਵਿਗਿਆਨ ਦੇ, ਸਿੱਖਿਆ ਦੇ ਜਾਂ ਫਿਰ ਗੁਣਾਂ ਦੇ? ਤਾਂ ਇਹ ਹੁੰਦਾ ਹੈ ਜੀ ਸਿੱਖਿਆ ਦੇ। ਆਪਸ਼ਨ 3 ਸਮਾਜਿਕ ਅਧਿਐਨ ਹੈ ਜਿਹੜਾ ਸਿੱਖਿਆ ਦੇ ਹਸਤਾਂਤਰਣ ਦੇ ਵਿੱਚ ਸਹਾਇਕ ਹੁੰਦਾ ਹੈ। ਆਪਸ਼ਨ ਸੀ ਰਾਈਟ ਆਨਸਰ ਬਣੇਗਾ। ਸਮਾਜਿਕ ਅਧਿਐਨ ਜਵਾਨਾਂ ਨੂੰ ਆਪਣੀ ਡੈਸ਼ ਦੀ ਚੋਣ ਦੇ ਵਿੱਚ ਸਹਾਇਕ ਸਿੱਧ ਹੁੰਦੇ ਨੇ? ਕਾਰਜ ਸਮਰੱਥਾ, ਜੀਵਨ ਕਿਰਿਆਵਾਂ ਜਾਂ ਏ ਅਤੇ ਬੀ ਦੋਵੇਂ ਜਾਂ ਉਪਰੋਕਤ 'ਚੋਂ ਕੋਈ ਨਹੀਂ? ਤਾਂ ਇਹਦਾ ਰਾਈਟ ਆਨਸਰ ਬਣੇਗਾ ਆਪਸ਼ਨ ਸੀ 3 ਕਾਰਜ ਸਮਰੱਥਾ ਅਤੇ ਜੀਵਨ ਕਿਰਿਆਵਾਂ ਦੇ ਵਿੱਚ ਸਮਾਜਿਕ ਅਧਿਐਨ ਹੈ ਜਿਹੜਾ ਜਵਾਨਾਂ ਨੂੰ ਆਪਣੀ ਚੋਣ ਦੇ ਵਿੱਚ ਸਹਾਇਕ ਸਿੱਧ ਹੁੰਦੇ ਨੇ। ਕਾਰਜ ਸਮਰੱਥਾ ਦੀ ਚੋਣ ਅਤੇ ਜੀਵਨ ਕਿਰਿਆਵਾਂ ਦੀ ਚੋਣ ਦੇ ਵਿੱਚ।
ਅਗਲਾ ਪ੍ਰਸ਼ਨ ਹੈ ਕਿਹੜੇ ਸਾਧਨ ਜਿਹੜੇ ਕੁਦਰਤੀ ਹੁੰਦੇ ਨੇ, ਭੂਮੀ, ਜਲ, ਹਵਾ ਜਾਂ ਫਿਰ ਉਪਰੋਕਤ ਸਾਰੇ। ਤਾਂ ਉਪਰੋਕਤ ਸਾਰੇ ਆਨਸਰ ਆਏਗਾ। ਭੂਮੀ, ਜਲ ਅਤੇ ਹਵਾ ਇਹ ਕੁਦਰਤੀ ਸਾਧਨ ਹੈ। ਤਾਂ ਜਿਹੜੇ ਕੁਦਰਤੀ ਸਾਧਨ ਹੁੰਦੇ ਨੇ ਉਪਰੋਕਤ ਸਾਰੇ, ਆਪਸ਼ਨ ਡੀ। ਭਾਰਤੀ ਵਿਦਿਆਲੇ ਵਿੱਚ ਸਮਾਜਿਕ ਅਧਿਐਨ ਦਾ ਤੱਤ ਹੈ, ਜਿਹੜਾ ਤੱਤ ਹੈ ਨਿਯਮ, ਸਿਧਾਂਤ, ਸੰਬੰਧ, ਤੱਥ ਜਾਂ ਫਿਰ ਉਪਰੋਕਤ ਸਾਰੇ। ਤਾਂ ਇਹਦਾ ਰਾਈਟ ਆਨਸਰ ਵੀ ਆਪਸ਼ਨ ਡੀ ਆਏਗਾ। ਨਿਯਮ, ਸਿਧਾਂਤ, ਸੰਬੰਧ, ਤੱਥ ਇਹ ਜਿਹੜੇ ਸਾਰੇ ਨੇ ਸਮਾਜਿਕ ਅਧਿਐਨ ਦੇ ਤੱਤ ਨੇ ਭਾਰਤ ਦੇ ਵਿਸ਼ਵ ਵਿਦਿਆਲਿਆਂ ਦੇ ਵਿੱਚ। ਅਗਲਾ ਪ੍ਰਸ਼ਨ ਹੈ ਭਾਰਤੀ ਵਿਦਿਆਲਿਆਂ ਦੇ ਵਿੱਚ ਸਮਾਜਿਕ ਅਧਿਐਨ ਕੀਤਾ ਜਾਂਦਾ ਹੈ ਮਾਨਵ ਸੱਭਿਆਚਾਰ ਧਰੋਹਰ ਦਾ, ਮਾਨਵ ਦੀ ਪਹਿਲੀ ਸਮਰੱਥਾ ਦਾ, ਜਾਂ ਉਪਰੋਕਤ ਦੋਨਾਂ ਦਾ, ਜਾਂ ਉਪਰੋਕਤ ਸਾਰੇ। ਤਾਂ ਰਾਈਟ ਆਨਸਰ ਆਏਗਾ ਜੀ ਆਪਸ਼ਨ ਸੀ। ਭਾਰਤੀ ਵਿਸ਼ਵ ਵਿਦਿਆਲੇ ਵਿੱਚ ਸਮਾਜਿਕ ਅਧਿਐਨ ਜਿਹੜਾ ਮਾਨਵ ਸੱਭਿਆਚਾਰ ਧਰੋਹਰ ਦਾ ਵੀ ਕੀਤਾ ਜਾਂਦਾ ਹੈ ਅਤੇ ਮਾਨਵ ਦੀ ਪਹਿਲੀ ਸਮਰੱਥਾ ਦਾ ਵੀ। ਇਸ ਕਰਕੇ ਆਪਸ਼ਨ ਸੀ ਹੈ ਜਿਹੜਾ ਉਹ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਸਮਾਜਿਕ ਅਧਿਐਨ ਵਿੱਚ ਮੁੱਖ ਰੂਪ ਵਿੱਚ ਅਧਿਐਨ ਕੀਤਾ ਜਾਂਦਾ ਹੈ, ਕਿਸ ਦਾ ਅਧਿਐਨ ਕੀਤਾ ਜਾਂਦਾ ਹੈ, ਸਮਾਜ ਦਾ, ਵਿਸ਼ਵ ਦਾ, ਧਰਤੀ ਦਾ ਜਾਂ ਫਿਰ ਭੂ-ਗਰਭ ਦਾ। ਤਾਂ ਸਮਾਜਿਕ ਅਧਿਐਨ ਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜਾ ਅਧਿਐਨ ਕੀਤਾ ਜਾਂਦਾ ਹੈ ਉਹ ਸਮਾਜ ਦਾ ਕੀਤਾ ਜਾਂਦਾ ਹੈ। ਆਪਸ਼ਨ ਏ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਅੱਜ ਦੀ ਸਿੱਖਿਆ ਜਿਹੜੀ ਉਹ ਕਿਸ ਪ੍ਰਕਾਰ ਦੀ ਹੈ, ਸਿੱਖਿਆ ਕੇਂਦਰਿਤ ਹੈ, ਬਾਲ ਕੇਂਦਰਿਤ ਹੈ, ਪਾਠ ਕੇਂਦਰਿਤ ਹੈ ਜਾਂ ਫਿਰ ਉਪਰੋਕਤ ਸਾਰੇ ਹੈ। ਤਾਂ ਅੱਜ ਦੀ ਸਿੱਖਿਆ ਜਿਹੜੀ ਉਹ ਬਾਲ ਕੇਂਦਰਿਤ ਹੈ। ਆਪਸ਼ਨ ਬੀ ਰਾਈਟ ਆਨਸਰ ਬਣੇਗਾ। ਸਮਾਜਿਕ ਅਧਿਐਨ ਵਿੱਚ ਵਿਦਿਆਰਥੀਆਂ ਨੂੰ ਕਿੰਨਾਂ ਗੱਲਾਂ ਦਾ ਮੂਲ ਗਿਆਨ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ, ਭਾਰਤੀ ਪਰੰਪਰਾ ਦਾ, ਸਮਾਜ ਦੇ ਵਿਕਾਸ ਦਾ, ਭੌਤਿਕ ਵਾਤਾਵਰਨ ਦਾ ਜਾਂ ਫਿਰ ਉਪਰੋਕਤ ਸਾਰਿਆਂ ਦਾ। ਤਾਂ ਸਮਾਜਿਕ ਅਧਿਐਨ ਦੇ ਵਿੱਚ ਵਿਦਿਆਰਥੀਆਂ ਨੂੰ ਜਿਹੜਾ ਸਾਰਿਆਂ ਦਾ ਹੀ ਮੂਲ ਗਿਆਨ ਦਿੱਤਾ ਜਾਂਦਾ, ਜਿਹਦੇ ਵਿੱਚ ਭਾਰਤ ਯਾਨੀ ਕਿ ਭਾਰਤੀ ਪਰੰਪਰਾ ਆ ਗਈ, ਸਮਾਜ ਦਾ ਵਿਕਾਸ ਆ ਗਿਆ ਅਤੇ ਭੌਤਿਕ ਵਾਤਾਵਰਨ ਆ ਗਿਆ। ਅਗਲਾ ਪ੍ਰਸ਼ਨ ਹੈ ਡਰੇ ਅਤੇ ਜਾਰਡਨ ਨੇ ਸਮਾਜਿਕ ਗਿਆਨ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੈ, 4, 5, 2 ਜਾਂ ਫਿਰ 3 ਭਾਗਾਂ ਦੇ ਵਿੱਚ। ਤਾਂ ਇਹ ਵੰਡਿਆ ਜੀ 4 ਭਾਗਾਂ ਦੇ ਵਿੱਚ। ਆਪਸ਼ਨ ਏ ਰਾਈਟ ਆਨਸਰ ਜਿਹੜਾ ਆਏਗਾ। ਸੋ ਇਹ ਸੋਸ਼ਲ ਸਟੱਡੀ ਦਾ 150 ਕੁਐਸਚਨ ਦਾ ਪ੍ਰੈਕਟਿਸ ਸੈੱਟ ਸੀਗਾ। ਕਿੰਨੇ ਕੁਐਸਚਨ ਤੁਹਾਡੇ ਸਹੀ ਗਏ ਕਮੈਂਟ ਜ਼ਰੂਰ ਕਰਿਓ। ਬਾਕੀ ਅਤੇ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ। ਸੋ ਬਾਕੀ ਤਿਆਰੀ ਤੁਸੀਂ ਕਰ ਰਹੇ ਹੋਵੋਗੇ, ਅਦਰ ਪਲੇਟਫਾਰਮ 'ਤੇ ਕਰ ਰਹੇ ਹੋਵੋਗੇ, ਸੈਂਟਰ ਵਿੱਚ ਕਰ ਰਹੇ ਹੋਵੋਗੇ, ਕਿਸੇ ਚੈਨਲ ਤੋਂ ਵੀ ਕਰ ਰਹੇ ਹੋਵੋਗੇ, ਤਾਂ ਇਹ ਜ਼ਰੂਰ ਜੁਆਇਨ ਕਰਿਆ ਕਰੋ। ਜ਼ਰੂਰ ਦੇਖਿਆ ਕਰੋ ਕਿੰਨੇ ਕੁਐਸਚਨ ਤੁਹਾਨੂੰ ਆਉਂਦੇ ਹੈ, ਕਿੰਨੇ ਨਹੀਂ ਆਉਂਦੇ, ਫਿਰ ਹੀ ਫਾਇਦਾ ਹੋਏਗਾ। ਸੋ ਕੰਟੀਨਿਊ ਤੁਹਾਨੂੰ ਇਹ ਪ੍ਰੈਕਟਿਸ ਸੈੱਟ ਨੇ ਜਿਹੜੇ ਪ੍ਰੋਵਾਈਡ ਕਰਦੇ ਰਹਾਂਗੇ। ਧੰਨਵਾਦ ਜੀ।